ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਜੀ ਮਨਜਿੰਦਰ ਸਿੰਘ ਸਿਰਸਾ, ਅਕਸਰ ਚਰਚਾ ਦੇ ਵਿੱਚ ਰਹਿੰਦੇ ਆ। ਉਹਨਾਂ ਨੇ ਇੱਕ ਲਾਈਵ ਹੋ ਕੇ ਫੇਸਬੁੱਕ ਦੇ ਉੱਤੇ ਇੱਕ ਬਿਆਨ ਦਿੱਤਾ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ ਧਾਰਮਿਕ ਸਥਾਨ ਹੁੰਦੇ ਆ ਇਹ ਲੋੜਵੰਦਾਂ ਲਈ ਹੁੰਦੇ ਆ, ਅਤੇ ਜਿਹੜਾ ਧਾਰਮਿਕ ਸਥਾਨਾਂ ਦੇ ਕੋਲ ਸੋਨਾ ਪਿਆ ਜਾਂ ਹੋਰ ਭੰਡਾਰ ਪਿਆ ਪੈਸੇ ਦਾ, ਉਹ ਲੋੜਵੰਦਾਂ ਨੂੰ ਜਾਂ ਸਿੱਧਾ ਸਰਕਾਰ ਨੂੰ ਜਿਹੜਾ ਬੌਂਡ ਦੇ ਰੂਪ ਵਿੱਚ ਜਾਂ ਵੈਸੇ ਜਿਹੜਾ ਉਹ ਦਾਨ ਕਰ ਦੇਣਾ ਚਾਹੀਦਾ ਹੈ। ਇੱਕ ਪਾਸੇ ਜੇ ਚੰਗੇ ਜਿਹੜੇ ਰਾਜੇ ਸੀਗੇ ਸਿੱਖਾਂ ਦੇ ਜਾਂ ਸਿੱਖ ਸ਼ਾਸਕ ਸੀਗੇ, ਉਹਨਾਂ ਨੇ ਗੁਰਦੁਆਰਾ ਸਾਹਿਬਾਨਾਂ ਦੇ ਉੱਤੇ ਸੋਨਾ ਮੜਿਆ, ਅਤੇ ਜਿਹੜੇ ਹੁਣ ਦੇ ਮੌਜੂਦਾ ਸ਼ਾਸਕ ਆ ਉਹ ਜਿਹੜਾ ਗੁਰਦੁਆਰਾ ਦਾ ਸੋਨਾ ਆ ਉਹ ਮੋਦੀ ਦੇ ਭੰਡਾਰੇ 'ਚ ਜਮ੍ਹਾਂ ਕਰਾਉਣ ਲਈ ਕਾਹਲੇ ਹੋਏ। ਜਦੋਂ ਉਹਨਾਂ ਦੇ ਜਿਹੜੇ ਸਮਰਥਕ ਆ ਉਹ ਇਹ ਕਹਿ ਰਹੇ ਆ ਕਿ ਗੁਰਦੁਆਰਿਆਂ ਦੇ ਕੋਲ ਤਾਂ ਕੋਈ ਭੰਡਾਰ ਹੈ ਹੀ ਨਹੀਂ ਸੋਨੇ ਦਾ, ਗੁਰਦੁਆਰਿਆਂ ਕੋਲ ਤਾਂ ਸੋਨਾ ਉਹੀ ਹੈ ਜੋ ਗੁਰਦੁਆਰਿਆਂ ਦੇ ਵਿੱਚ ਲੱਗਾ ਹੋਇਆ ਜੀ। ਅਤੇ ਵੀ ਉਹ ਕਹਿੰਦੇ ਸਿਰਸਾ ਦਾ ਇਸ਼ਾਰਾ ਜਿਹੜਾ ਸੀਗਾ ਉਹ ਹਿੰਦੂ ਮੰਦਰਾਂ ਵੱਲ ਸੀਗਾ, ਜਿਵੇਂ ਕਿ ਬਾਲਾ ਜੀ ਦਾ ਮੰਦਿਰ ਆ, ਤ੍ਰਿਪਤੀ ਜਾਂ ਹੋਰ ਇੱਥੇ ਕਿ ਹੋਰ ਕਈ ਮੰਦਿਰ ਸੋਨਾ ਹੀ ਚੜ੍ਹਦਾ ਆ, ਅਤੇ ਉਹਨਾਂ ਮੰਦਿਰਾਂ ਦੇ ਕੋਲ ਜਿਹੜਾ ਕਿ ਹਜ਼ਾਰਾਂ ਕਿਲੋ ਸੋਨਾ ਜਿਹੜਾ ਭੰਡਾਰ ਦੇ ਰੂਪ ਵਿੱਚ ਪਿਆ, ਉਹਨਾਂ ਦੀ ਗੱਲ ਕਰ ਰਹੇ ਸੀ। ਹੁਣ ਸਿਰਸਾ ਇਸ ਮਾਮਲੇ 'ਚ ਬੜੇ ਕਸੂਤੇ ਫਸ ਗਏ ਆ ਜੀ। ਜੇ ਉਹ ਮੰਦਿਰਾਂ ਦੀ ਗੱਲ ਕਰਦੇ ਆ ਤਾਂ ਭਾਜਪਾ ਵਾਲਿਆਂ ਨੇ ਅੱਖਾਂ ਦਿਖਾਉਣਾ ਵੀ ਤੂੰ ਕੌਣ ਹੁੰਦਾ ਸਾਡੇ ਮੰਦਿਰਾਂ ਦੀ ਗੱਲ ਕਰਨ ਵਾਲਾ। ਜਿਹੜੀ ਉਹ ਗੱਲ ਕਹਿੰਦੇ ਵੀ ਮੇਰੀ ਗੱਲ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ, ਮੈਂ ਤਾਂ ਧਾਰਮਿਕ ਸਥਾਨਾਂ ਬਾਰੇ, ਧਾਰਮਿਕ ਕਮੇਟੀਆਂ ਬਾਰੇ ਗੱਲ ਕੀਤੀ ਸੀ, ਤਾਂ ਧਾਰਮਿਕ ਕਮੇਟੀ ਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ। ਕੀ ਉਹ ਦੱਸਣਗੇ ਵੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਕਿੰਨਾ ਕੁ ਸੋਨਾ ਪਿਆ ਜਿਹੜਾ ਮੋਦੀ ਦੇ ਭੰਡਾਰ ਦੇ ਵਿੱਚ ਜਮ੍ਹਾਂ ਕਰਾ ਸਕਦੇ ਆ? ਅਤੇ ਜੇ ਉਹ ਹਿੰਦੂਆਂ ਦੀ ਜਾਂ ਸਿੱਖਾਂ ਦੀ ਗੱਲ ਨਹੀਂ ਕਰ ਰਹੇ, ਫਿਰ ਉਹ ਕਿਹੜੇ ਧਰਮ ਦੀ ਗੱਲ ਕਰ ਰਹੇ ਆ? ਸੋ ਇੱਕ ਤਰ੍ਹਾਂ ਦੇ ਨਾਲ ਉਹ ਗੱਭੇ ਦੇ ਵਿਚਾਲੇ ਫਸ ਗਏ, ਜਿਹਦੇ 'ਚੋਂ ਨਿਕਲਣ ਨੂੰ ਕੋਈ ਹਾਲ ਦੀ ਘੜੀ ਰਾਹ ਨਹੀਂ ਹੈਗਾ। ਕਿਉਂਕਿ ਹੋਰ ਨਵਾਂ ਵਿਵਾਦ ਆਊਗਾ, ਫਿਰ ਲੋਕ ਸਿਰਸੇ ਵਾਲਾ ਵਿਵਾਦ ਭੁੱਲ ਜਾਣਗੇ, ਉਹਦੇ ਮਗਰ ਹੋਏ। ਸਿੱਧੂ ਮੂਸੇਵਾਲੇ ਦੇ ਉੱਤੇ 2 ਪਰਚੇ ਜਿਹੜੇ ਧਨੌਲੇ ਤੇ ਸੰਗਰੂਰ ਵਿੱਚ ਦਰਜ ਹੋਏ ਸੀਗੇ। ਇੱਕ ਉਹਨਾਂ ਨੇ ਬੜਬੜ ਦੇ ਖੇਤਾਂ ਦੇ ਵਿੱਚ ਫਾਇਰਿੰਗ ਕੀਤੀ ਸੀ AK-47 ਦੇ ਨਾਲ, ਇੱਕ ਲੱਧਾ ਕੋਠੀ ਸੰਗਰੂਰ ਦੇ ਵਿੱਚ ਪਿਸਟਲ ਦੇ ਨਾਲ ਫਾਇਰਿੰਗ ਕੀਤੀ ਸੀਗੀ। ਜੋਗਿੰਦਰ ਸਿੰਘ ਔਲਖ DIG ਪਟਿਆਲਾ ਰੇਂਜ ਆ, ਉਹਨਾਂ ਨੇ ਅਦਾਲਤ ਵਿੱਚ ਪੇਸ਼ ਹੋ ਕੇ ਕਿਹਾ ਕਿ ਅਸੀਂ ਬਕਾਇਦਾ ਜਿਹੜੀਆਂ ਧਾਰਾਵਾਂ ਲਾ ਰਹੇ ਹਾਂ, ਜਿਹੜੀਆਂ ਕਿ ਗੈਰ ਜ਼ਮਾਨਤੀ ਧਾਰਾਵਾਂ ਨੇ, ਅਤੇ ਪੁਲਿਸ ਦੇ ਚਾਹੇ ਤਾਂ ਉਹਨਾਂ ਨੂੰ ਜਦੋਂ ਮਰਜ਼ੀ ਜਿਹੜੀ ਆ ਫੜ ਸਕਦੀ ਹੈ। ਅਤੇ ਪਲੱਸ ਜਿਹੜੀ AK-47 ਚਲਾਈ ਆ, ਹਥਿਆਰ ਚਲਾਏ ਆ, ਗੋਲੀ ਸਿੱਕਾ ਆ, ਉਹਨੂੰ ਵੀ ਕੇਸ ਦੇ ਨਾਲ ਰਿਲੇਟ ਕਰਕੇ ਐਜ ਅ ਪ੍ਰੋਪਰਟੀ ਜੋੜਿਆ ਜਾਵੇ। ਸਿੱਧੂ ਮੂਸੇਵਾਲਾ ਕਾਫੀ ਕਸੂਤਾ ਫਸ ਗਿਆ ਜੀ। ਉਹਨੇ ਪੁਲਿਸ ਦੇ ਵਾਸਤੇ ਗਾਣੇ ਵੀ ਗਾਏ, ਵਿਦੇਸ਼ੀ ਜਿਹੜੇ ਲੋਕ ਸੀਗੇ ਉਹਨਾਂ ਨੂੰ ਬਦਨਾਮ ਕਰਨ ਲਈ ਵੀ ਗਾਇਆ। ਮੈਂ ਹਰਜੀਤ ਸਿੰਘ ਮੁਹਿੰਮ ਦਾ ਵੀ ਹਿੱਸਾ ਬਣਿਆ, ਪਰ ਉਹ ਗੱਲ ਉਹੀ ਹੋ ਗਈ ਕਿ ਪੁਲਿਸ ਦੀ ਦੁਸ਼ਮਣੀ ਵੀ ਮਾੜੀ ਅਤੇ ਯਾਰੀ ਵੀ ਮਾੜੀ। ਪੁਲਿਸ ਦੀਆਂ AK-47, ਪੁਲਿਸ ਦੀਆਂ ਗੋਲੀਆਂ ਪੁਲਿਸ ਨਾਲ ਖੜ੍ਹ ਕੇ ਚਲਾਈਆਂ, ਅਤੇ ਹੁਣ ਪੁਲਿਸ ਹੀ ਜਿਹੜੀ ਆ ਉਹਨੂੰ ਗ੍ਰਿਫਤਾਰ ਕਰ ਸਕਦੀ ਆ। ਦੋਸਤੋ, ਲੈ ਕੇ ਹਾਜ਼ਰ ਹਾਂ ਦ ਸਹੋਤਾ ਐਂਡ ਸਹੋਤਾ ਸ਼ੋ। ਦੋਸਤੋ, ਅੱਜ ਦੇ ਇਸ ਪ੍ਰੋਗਰਾਮ ਵਿੱਚ ਕੁਝ ਗੱਲਾਂ ਬਾਤਾਂ ਕਰਾਂਗੇ। ਅੱਜ ਕੈਨੇਡਾ ਦੇ ਮਾਨਯੋਗ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਰਾਂ ਨੇ ਕੀ ਐਲਾਨ ਕੀਤੇ ਆ? BC ਤੇ ਅੰਟੈਰੀਓ ਦੇ ਵਿੱਚ ਕਾਫੀ ਕੰਮਕਾਰ ਖੁੱਲ੍ਹ ਰਹੇ ਨੇ, ਇਹਨਾਂ ਬਾਰੇ ਕੀ ਅਪਡੇਟ ਆ? ਅਮਰੀਕਾ ਦੇ ਵਿੱਚ ਰਾਸ਼ਟਰਪਤੀ ਟਰੰਪ ਹੋਰਾਂ ਨੇ ਉਹਨਾਂ ਦੀਆਂ ਕੰਪਨੀਆਂ ਨੂੰ ਕੁਝ ਗੱਲਾਂ ਕਹੀਆਂ, ਉਹ ਮਾਮਲਾ ਕੀ ਆ? ਅਤੇ ਇਸ COVID-19 ਦੀ ਦਵਾਈ ਦੀ ਗੱਲ ਕਿੱਥੇ ਕੁ ਪਹੁੰਚੀ, ਕਦੋਂ ਕੁ ਆ ਰਹੀ ਆ, ਅਤੇ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ। ਇਹ ਤੋਂ ਪਹਿਲਾਂ ਕਿ ਅਸੀਂ ਸ਼ੋਅ ਸ਼ੁਰੂ ਕਰੀਏ, ਅੱਜ ਦੇ ਇਸ ਸਮੇਂ ਉੱਤੇ ਮੋਹਨ ਗਿੱਲ ਹੋਣਾ ਦੀਆਂ ਕੁਝ ਸਤਰਾਂ। ਧਰਤੀ ਵਾਂਗੂ ਹਰ ਪਲ ਘੁੰਮਦਾ ਰਹਿੰਦਾ ਸੀ, ਸੁਬਾਹ ਸ਼ਾਮ ਨਾਲ ਰਾਤੀ ਟਿਕ ਕੇ ਬਹਿੰਦਾ ਸੀ, ਹਨੇਰੀ ਆਉਣ ਤੇ ਬੂਰ ਦੇ ਵਾਂਗੂ ਭੁਰ ਗਿਆ ਹੈ, ਇੱਥੇ ਰਹਿੰਦਾ ਬੰਦਾ ਕਿੱਧਰ ਤੁਰ ਗਿਆ ਹੈ। ਦ ਸਹੋਤਾ ਐਂਡ ਸਹੋਤਾ ਸ਼ੋ, ਗੱਲ ਜ਼ਰਾ ਹਟ ਕੇ। ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਜੀ ਆਇਆਂ ਨੂੰ। ਸਕਾਂ ਜੀ, ਸਤਿ ਸ਼੍ਰੀ ਅਕਾਲ, ਅਤੇ ਨਾਲ ਇਹ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਵੀ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਹਮੇਸ਼ਾ ਦੀ ਤਰ੍ਹਾਂ ਸਰੀ ਦੇ ਪਾਇਲ ਬਿਜ਼ਨਸ ਸੈਂਟਰ ਦੇ ਵਿੱਚ ਦਸਾਂਝ ਕਲਾਂ ਵਾਲੇ ਸੁਨਿਆਰਿਆਂ ਦੀ ਮਸ਼ਹੂਰ ਦੁਕਾਨ ਮਹਿੰਦਰਾ ਜਿਊਲਰਸ ਸਹੋਤਾ ਐਂਡ ਸਹੋਤਾ ਸ਼ੋ ਦੇ ਸਪਾਂਸਰਸ ਹਨ, ਜਿੱਥੋਂ ਗਹਿਣਿਆਂ ਦੇ ਨਵੇਂ ਤੋਂ ਨਵੇਂ ਡਿਜ਼ਾਈਨ ਅਤੇ ਖਰਾ ਸੋਨਾ ਜੋ ਕਿ ਇਹਨਾਂ ਦੀ ਖਾਸੀਅਤ ਹੈ ਲਿਆ ਜਾ ਸਕਦਾ, ਬਾਜ਼ਾਰ ਦੇ ਵਿੱਚ ਹੋਰ ਕਿਤੇ ਨਹੀਂ ਮਿਲਦਾ। ਅੱਖੀ ਵੇਖਣ ਲਈ ਪਹੁੰਚੋ ਇਹਨਾਂ ਦੇ ਸ਼ੋਰੂਮ, ਯੂਨਿਟ ਨੰਬਰ 332, 8128 128 ਸਟਰੀਟ ਸਰੀ। ਦੁਕਾਨ ਦਾ ਫੋਨ 604 543 9900। ਜੇ WhatsApp 'ਤੇ ਵੀਡੀਓ ਕਾਲ ਕਰਕੇ ਔਨਲਾਈਨ ਗਹਿਣੇ ਦੇਖਣੇ ਜਾਂ ਖਰੀਦਣੇ ਹੋਣ ਤਾਂ ਨੰਬਰ ਸੇਵ ਕਰੋ ਵੀਡੀਓ ਕਾਲ ਕਰਨ ਲਈ 604 916 1010। ਮਹਿੰਦਰਾ ਜਿਊਲਰਸ। ਜੀ ਗੁਰਪ੍ਰੀਤ ਸਿੰਘ ਜੀ, ਵੀਕਐਂਡ ਤੋਂ ਬਾਅਦ, ਲੌਂਗ ਵੀਕਐਂਡ ਤੋਂ ਬਾਅਦ ਅਸੀਂ ਅੱਜ ਪਹਿਲਾ ਪ੍ਰੋਗਰਾਮ ਕਰ ਰਹੇ ਹਾਂ। ਇਹ ਕੀ ਐਲਾਨ ਕੀ ਪਿਛਲੇ ਦਿਨਾਂ ਵਿੱਚ ਹੋਏ, ਜਾਂ ਅੱਜ ਪ੍ਰਧਾਨ ਮੰਤਰੀ ਨੇ ਕੀ ਐਲਾਨ ਕੀਤਾ? ਜਿਹੜਾ ਤਾਂ ਹੈ ਜੀ, ਰੀਓਪਨਿੰਗ ਬਾਰੇ ਜ਼ਿਆਦਾ ਗੱਲ ਚੱਲ ਰਹੀ ਹੈ ਹੁਣ ਕੈਨੇਡਾ ਅਮਰੀਕਾ ਦੇ ਵਿੱਚ ਜੀ, ਅਤੇ ਲੱਗਦਾ ਸੀਗਾ ਕਿ ਸ਼ਾਇਦ ਕੈਨੇਡਾ ਅਮਰੀਕਾ ਬਾਰਡਰ ਦੇ ਬਾਰੇ ਵੀ ਕੋਈ ਗੱਲਬਾਤ ਕੀਤੀ ਜਾਊਗੀ। ਅਤੇ ਅੱਜ ਸਵੇਰੇ ਜਿਹੜੀ ਅਨਾਊਂਸਮੈਂਟ ਹੋਈ ਹੈ
ਕਿ 1 ਮਹੀਨਾ ਹੋਰ ਹੱਲੇ ਜਿਹੜਾ ਆਮ ਆਵਾਜਾਈ ਦੇ ਵਾਸਤੇ ਅਮਰੀਕਾ ਕੈਨੇਡਾ ਦਾ ਬਾਰਡਰ ਹੈ ਬੰਦ ਰਹੂਗਾ ਜੀ। ਕੁਝ ਜੀ। ਫਲਾਈਟਸ ਚੱਲ ਰਹੀਆਂ ਆ, ਜਿਨ੍ਹਾਂ ਨੇ ਕਿਸੇ ਐਮਰਜੈਂਸੀ ਜਾਣਾ ਉਹ ਜਾਂਦੇ ਹੈਗੇ ਆ, ਬਹੁਤ ਥੋੜ੍ਹੀ ਗਿਣਤੀ ਆ। ਪਰ ਆਮ ਲੋਕ ਜਿਹੜੇ ਕਿ ਖਰੀਦਦਾਰੀ ਵਾਸਤੇ, ਸਫ਼ਰ ਵਾਸਤੇ ਜਾਂ ਘੁੰਮਣ ਫਿਰਨ ਵਾਸਤੇ ਜਾਂਦੇ ਸੀਗੇ ਅਮਰੀਕਾ ਤੋਂ ਕੈਨੇਡਾ ਨੂੰ ਜਾਂ ਕੈਨੇਡਾ ਤੋਂ ਅਮਰੀਕਾ ਨੂੰ, ਉਹਨਾਂ ਦੇ ਵਾਸਤੇ 21 ਜੂਨ ਤੱਕ ਜਿਹੜੇ ਆ ਜੀ ਬਾਰਡਰ ਬੰਦ ਰਹਿਣਗੇ। ਮਕਸਦ ਇਹੀ ਆ ਵੀ ਕਰੋਨਾ ਦਾ ਜਿਹੜਾ ਫੈਲਾਅ ਆ ਉਹ ਇੱਧਰ ਉੱਧਰ ਨਾ ਹੋ ਸਕੇ। ਦੂਜੀ ਗੱਲ, ਜਿਹੜੇ ਬਹੁਤ ਸਾਰੇ ਲੋਕ ਕਹਿ ਰਹੇ ਸੀਗੇ ਕਿ ਅਸੀਂ ਸੋਲ ਆਪਰੇਟਰ ਹੈਗੇ ਆ, ਬਿਜ਼ਨਸ ਚਲਾਉਂਦੇ ਆ, ਜਾਂ ਅਸੀਂ ਮੂਹਰੇ ਸਬ ਕੰਟਰੈਕਟਰ ਰੱਖੇ ਹੋਏ ਆ, ਜੀ। ਜਾਂ ਜਿਹੜੇ ਅਸੀਂ ਸਾਡੇ ਬੰਦੇ ਗਾਂਹ ਰੱਖੇ ਹੋਏ ਉਹਨਾਂ ਨੂੰ ਡਿਵੀਡੈਂਡ ਪੇ ਕਰਦੇ ਆ, ਸਾਨੂੰ ਵੀ ਸਰਕਾਰੀ ਮਦਦ ਮਿਲੇ। ਅਤੇ ਇਹ ਜਿਹੜਾ ਪ੍ਰੋਗਰਾਮ ਸੀਗਾ ਕੈਨੇਡਾ ਗੌਰਮੈਂਟ ਦਾ ਵਪਾਰਾਂ ਦੇ ਵਾਸਤੇ, ਉਹਨੂੰ ਐਕਸਪੈਂਡ ਕੀਤਾ ਗਿਆ ਅਤੇ ਉਹਦੇ ਵਿੱਚ ਇਹ ਵੀ ਸ਼ਾਮਲ ਕੀਤੇ ਗਏ ਆ। ਇਹਦੇ ਵਿੱਚ ਹੁਣ ਜਿਵੇਂ ਫੋਰ ਐਗਜ਼ਾਮਪਲ ਕੋਈ ਨਾਈ ਹੈਗਾ, ਵਾਲ ਕੱਟਣ ਵਾਲੀ ਦੁਕਾਨ ਆ, ਅਤੇ ਉਹਦੇ ਵਿੱਚ ਉਹਨੇ ਕੁਰਸੀਆਂ ਅੱਗੇ ਦਿੱਤੀਆਂ ਹੁੰਦੀਆਂ ਜੀ ਕਿਰਾਏ ਦੇ ਉੱਤੇ, ਉਹ ਵੀ ਐਲੀਜੀਬਲ ਹੋ ਸਕਦੇ ਆ। ਕੋਈ ਜਿਹੜਾ ਕਿ ਹੋਰ ਡਾਕਟਰ ਹੈਗੇ ਆ ਛੋਟੇ, ਜਾਂ ਕੋਈ ਕਹਿ ਸਕਦੇ ਆ ਕਿ ਕਿਸੇ ਵੀ ਤਰ੍ਹਾਂ ਦਾ ਕੰਮ ਜਿਹੜਾ ਅਗਾਂਹ ਵੰਡਿਆ ਹੋਇਆ, ਸਬ ਕੰਟਰੈਕਟ ਦਿੱਤਾ ਹੋਇਆ, ਉਹ ਵੀ ਕਿਸੇ ਨਾ ਕਿਸੇ ਤਰੀਕੇ ਦੇ ਵਿੱਚ ਮਦਦ ਲਈ ਯੋਗ ਹੋ ਸਕਦੇ ਆ। ਬੈਟਰ ਇਹ ਹੈ ਕਿ ਆਪਣੇ ਅਕਾਊਂਟੈਂਟ ਨੂੰ ਫੋਨ ਕਰਕੇ ਦੱਸਿਆ ਜਾਵੇ, ਕਿਉਂਕਿ ਉਹਨੂੰ ਸਭ ਤੋਂ ਵੱਧ ਪਤਾ ਕਿ ਤੁਹਾਡੀ ਜਿਹੜਾ ਤੁਹਾਡਾ ਕੰਮ ਹੈ ਉਹ ਕਿਹੜੀ ਕੈਟਾਗਰੀ ਦੇ ਵਿੱਚ ਫਿੱਟ ਹੁੰਦਾ, ਵੀ ਤੁਸੀਂ ਐਲੀਜੀਬਲ ਹੈਗੇ ਆ ਜਾਂ ਨਹੀਂ। ਪਰ ਬਹੁਤ ਸਾਰੇ ਲੋਕ ਹੋਰ ਜਿਹੜੇ ਰਹਿ ਗਏ ਸੀਗੇ ਜੀ, ਉਹ ਇਸ ਵਾਸਤੇ ਐਲੀਜੀਬਲ ਹੋ ਸਕਦੇ ਆ ਜੀ। ਫੈਡਰਲ ਲੈਵਲ ਤੁਸੀਂ ਪ੍ਰੋਵਿੰਸ ਵੱਲ ਆਉਂਦੇ ਆ। ਅੱਜ ਪੰਜਾਬੀ ਪ੍ਰੈਸ ਕਲੱਬ ਦੀ ਤੁਹਾਡੀ ਮੀਟਿੰਗ ਸੀ ਸਾਡੇ ਮਾਨਯੋਗ ਜਿਹੜੇ ਪ੍ਰੀਮੀਅਰ ਨੇ ਜੌਨ ਹੌਰਗਨ ਹੋਰਾਂ ਦੇ ਨਾਲ, ਕੀ ਹੋਇਆ ਔਰ ਕਿੱਦਾਂ ਸੀ ਜੀ? ਜਿਹੜੀ ਮੁੱਖ ਮੰਤਰੀ ਜੌਨ ਹੌਰੀਗਨ ਹੈ, ਵੈਸੇ ਤਾਂ ਮਿਲ ਕੇ ਆ ਕੇ ਸਾਲ 'ਚ 2-3 ਵਾਰੀ ਪ੍ਰੈਸ ਕਾਨਫਰੰਸ ਕਰਕੇ ਜਾਂਦੇ ਹੁੰਦੇ ਆ, ਸਰੀ ਜਾ ਕੇ ਵੀ ਉੱਥੇ ਬੁਲਾ ਲੈਂਦੇ ਆ। ਹੁਣ ਜਿਹੜਾ ਸਿਲਸਿਲਾ ਚੇਂਜ ਹੋਇਆ, ਟੈਲੀ ਪ੍ਰੈਸ ਕਾਨਫਰੰਸ ਹੁੰਦੀ ਹੈ ਅੱਜ ਕੱਲ੍ਹ, ਤਾਂ ਉਹਦੇ ਵਿੱਚ ਜਿਹੜਾ ਮੇਨ ਮੁੱਦਾ ਸੀਗਾ ਕਰੋਨਾ ਹੀ ਰਿਹਾ, ਕਿਉਂਕਿ ਰੀਓਪਨਿੰਗ ਹੋ ਰਹੀ ਹੈ। ਉਹਦੇ ਬਾਰੇ ਸਵਾਲ ਜਵਾਬ ਜਿਹੜੇ ਆ ਉਹਨਾਂ ਨੂੰ ਕੀਤੇ ਗਏ। ਉਹ ਕਹਿੰਦੇ ਵੀ ਅਸੀਂ ਬੜੇ ਉਤਸੁਕ ਹੈਗੇ ਆ ਦੇਖਣ ਲਈ ਕਿ ਲੋਕ ਕਿਵੇਂ ਲੈਂਦੇ ਆ ਇਸ ਖੁੱਲ੍ਹ ਨੂੰ। ਜੀ। ਅਤੇ ਉਹ ਕਹਿੰਦੇ ਇਹਦੇ 'ਤੇ ਸਾਰਾ ਕੁਛ ਨਿਰਭਰ ਕਰਦਾ, ਜੇ ਆਪਣੇ ਨੰਬਰ ਠੀਕ ਰਹਿੰਦੇ ਆ ਤਾਂ ਆਪਾਂ ਅਗਾਂਹ ਜਿਹੜਾ ਫੇਜ਼ 3 ਵਿੱਚ ਜਾ ਸਕਦੇ ਹਾਂ। ਜੇ ਆਪਣੇ ਨੰਬਰ ਜਿਹੜੇ ਉਹ ਨਹੀਂ ਸਹੀ ਰਹਿੰਦੇ ਤਾਂ ਆਪਾਂ ਦੁਬਾਰਾ ਫੇਜ਼ 1 ਦੇ ਵਿੱਚ ਵੀ ਜਾ ਸਕਦੇ ਹਾਂ। ਲੋਕਾਂ ਦੇ ਉੱਤੇ ਨਿਰਭਰ ਕਰਦਾ ਆ। ਬਾਕੀ ਉਹਨਾਂ ਤੱਕ ਇਹ ਮੁੱਦਾ ਵੀ ਪਹੁੰਚਾਇਆ ਸੀਗਾ ਕਿ ਜਿਹੜੀ ਫੋਕੀ ਸ਼ਾਬਾਸ਼ੀ ਦਿੱਤੀ ਜਾ ਰਹੀ ਆ ਓਨਰ ਆਪਰੇਟਰਸ ਨੂੰ, ਟਰੱਕ ਚਾਲਕਾਂ ਨੂੰ, ਇਹ ਜਿਹੜੇ ਫਰੰਟ ਲਾਈਨ ਵਰਕਰਸ ਆ, ਸ਼ਾਬਾਸ਼ੀ ਬਹੁਤ ਦੇਤੀ, ਪਰ ਮਾਈਕ ਪੱਖੋਂ ਉਹਨਾਂ ਨੂੰ ਕੋਈ ਹੱਲਾਸ਼ੇਰੀ ਨਹੀਂ ਦਿੱਤੀ ਗਈ। ਉਹ ਕਹਿੰਦੇ ਵੀ ਇਹ ਬਹੁਤ ਤੁਸੀਂ ਚੰਗਾ ਸੁਝਾਅ ਜਿਹੜਾ ਦਿੱਤਾ ਆ, ਇਹਦੇ ਉੱਤੇ ਜ਼ਰੂਰ ਵਿਚਾਰ ਕੀਤੀ ਜਾਊਗੀ, ਅਤੇ ਇਹਦੇ ਉੱਤੇ ਬਕਾਇਦਾ ਅਸੀਂ ਸਲਾਹ ਕਰਾ ਕੇ ਕਵਾਂਗੇ ਕਿ ਕਿਸ ਤਰੀਕੇ ਜਿਹੜਾ ਆ ਉਹ ਮਦਦ ਕੀਤੀ ਜਾਵੇ ਜੀ। ਬਾਕੀ ਅੱਜ ਬਹੁਤ ਸਾਰੇ ਬਿਜ਼ਨਸ ਜਿਹੜੇ ਆ ਖੁੱਲ੍ਹੇ ਆ, ਕੋਈ ਹੇਅਰ ਸਲੂਨਸ ਜਿਹੜੇ ਆ, ਕੁਝ ਜਿਮ, ਕੁਝ ਰੈਸਟੋਰੈਂਟ ਜਿਹੜੇ ਆ ਉਹ ਖੋਲ੍ਹੇ ਗਏ ਆ BC ਦੇ ਵਿੱਚ। ਅਤੇ ਉਹਦੇ ਵਿੱਚ ਇਹ ਹੈ ਕਿ ਜਿਹੜੀ ਆਪਸੀ ਦੂਰੀ ਦਾ ਖਿਆਲ ਰੱਖਿਆ ਗਿਆ। ਰੈਸਟੋਰੈਂਟ ਜਿਹੜੇ ਆ ਅੱਧੀ ਕਪੈਸਿਟੀ ਦੇ ਵਿੱਚ ਖੁੱਲ੍ਹ ਸਕਣਗੇ। 6 ਮੀਟਰ ਦਾ 2 ਮੀਟਰ ਦੀ ਦੂਰੀ ਜਿਹੜੀ ਆ ਉਹ ਆਪਸ ਵਿੱਚ ਬਣਾ ਕੇ ਰੱਖਣੀ ਪਊਗੀ, 6 ਫੁੱਟ ਦੀ। ਅਤੇ ਇਸ ਦੇ ਨਾਲ ਹੀ 6 ਤੋਂ ਵੱਧ ਲੋਕ ਜਿਹੜੇ ਪਾਰਟੀ ਨਹੀਂ ਕਰ ਸਕਦੇ ਇਕੱਠੇ ਹੋ ਕੇ। ਅਤੇ ਜਿਮ ਜਿਹੜੇ ਆ ਕੁਝ ਖੁੱਲ੍ਹ ਗਏ ਆ, ਉੱਥੇ ਵੀ ਸਫਾਈ ਦਾ, ਆਪਸੀ ਦੂਰੀ ਦਾ ਖਿਆਲ ਰੱਖਣਾ ਪੈਣਾ ਆ। ਸਕੂਲਾਂ ਦੇ ਬਾਰੇ ਹਜੇ ਜਿਹੜਾ 1 ਜੂਨ ਤੋਂ ਬਾਅਦ ਪਤਾ ਲੱਗਣਾ ਜੀ। ਅਤੇ ਇਸ ਦੇ ਨਾਲ ਹੀ ਅੰਟਾਰੀਓ ਤੋਂ ਵੀ ਖਬਰਾਂ ਜਿਹੜੀਆਂ ਉਹ ਆ ਰਹੀਆਂ ਕਿ ਅੰਟਾਰੀਓ ਦੇ ਵਿੱਚ ਵੀ ਜਿਹੜੇ ਸਕੂਲ ਹੈਗੇ ਆ ਉਹ ਅਗਲੇ ਸਮੈਸਟਰ ਤੱਕ ਜਿਹੜੇ ਆ ਉਹ ਬੰਦ ਹੀ ਰਹਿਣਗੇ। ਜਿਵੇਂ ਪਹਿਲਾਂ ਸੋਚ ਰਹੇ ਸੀਗੇ ਕਿ ਸ਼ਾਇਦ ਜੂਨ ਦੇ ਵਿੱਚ ਖੋਲ੍ਹੇ ਜਾਣ, ਉਹ ਗੱਲ ਜਿਹੜੀ ਹੈ ਨਹੀਂ ਬਣ ਰਹੀ। ਬਕਾਇਦਾ ਐਲਾਨ ਜਿਹੜਾ ਕਰ ਦਿੱਤਾ ਗਿਆ ਕਿ ਨਹੀਂ, ਹੁਣ ਜਦੋਂ ਅਗਲਾ ਸਕੂਲ ਵਰ੍ਹਾ ਸ਼ੁਰੂ ਹੋਊਗਾ ਉਦੋਂ ਕਲਾਸਾਂ ਜਿਹੜੀਆਂ ਆ ਆਰੰਭ ਕਰਵਾਈਆਂ ਜਾਣਗੀਆਂ। ਗੁਰਪ੍ਰੀਤ ਸਿੰਘ ਜੀ, ਇੱਕ ਫਲਾਈਟਾਂ ਬਾਰੇ ਅਸੀਂ ਪਿੱਛੇ ਜੇ ਗੱਲ ਕੀਤੀ ਸੀ, ਉਹਦੇ ਬਾਰੇ ਕੋਈ ਹੁਣ ਅਪਡੇਟ ਹੈਗੀ? ਜਿੱਦਾਂ ਪਹਿਲਾਂ ਸਿਟੀਜ਼ਨ ਜਿਹੜੇ ਇੰਡੀਆ ਦੇ ਵਿੱਚ ਰਹਿ ਗਏ ਸੀ ਕੈਨੇਡਾ ਦੇ, ਉਹਨਾਂ ਨੂੰ ਸੱਦਿਆ ਜਾ ਰਿਹਾ ਸੀ, ਜਿਹੜੇ PR ਉਹਨਾਂ ਦੀ ਬਾਰੀ ਕਦੋਂ ਆਊਗੀ? ਕੋਈ PRਾਂ ਨੇ ਕੁਝ ਨੇ ਹਿੰਮਤ ਕੀਤੀ ਆਪਣੇ ਤੌਰ ਦੇ ਉੱਤੇ। ਏਅਰ ਇੰਡੀਆ ਜਿਹੜੀ ਫਲਾਈਟਸ ਆਈਆਂ ਜੀ, ਇਹਦੀ ਜਾਣਕਾਰੀ ਬਹੁਤਿਆਂ ਲੋਕਾਂ ਨੂੰ ਨਹੀਂ ਸੀਗੀ। ਏਅਰ ਇੰਡੀਆ ਫਲਾਈਟਸ ਆਈਆਂ ਜਿਹੜੀਆਂ ਕਿ ਭਾਰਤ ਸਰਕਾਰ ਵੱਲੋਂ ਭੇਜੀਆਂ ਗਈਆਂ, ਜਿਹੜੇ ਕੈਨੇਡਾ ਦੇ ਵਿੱਚ ਫਸੇ ਹੋਏ ਲੋਕ ਆ ਭਾਰਤ ਦੇ, ਉਹਨਾਂ ਨੂੰ ਲਿਜਾਣ ਵਾਸਤੇ। ਉਹ 2000 ਤੋਂ ਉੱਪਰ ਲੋਕ ਰਜਿਸਟਰ ਹੋਏ ਸੀਗੇ। ਉਹਨਾਂ ਫਲਾਈਟਾਂ ਦੇ ਵਿੱਚ ਉੱਧਰੋਂ ਵੀ ਲੋਕ ਲਿਆਂਦੇ ਗਏ ਆ। ਇਹ ਜਿਹੜੀਆਂ ਫਲਾਈਟਸ ਅੰਮ੍ਰਿਤਸਰ ਤੋਂ ਚੱਲੀਆਂ, ਉਹਨਾਂ ਦੇ ਅੱਜ ਹੀ ਮੇਰੀ ਸਵੇਰੇ ਇੱਕ ਦੋਸਤ ਨਾਲ ਗੱਲ ਹੋਈ ਸੀਗੀ, ਉਹ ਪਰਮਾਨੈਂਟ ਰੈਜ਼ੀਡੈਂਟ ਆ ਅਤੇ ਉਹ ਆਇਆ ਜੀ ਇਸ ਫਲਾਈਟ ਦੇ ਵਿੱਚ। ਅਤੇ ਇਹ ਫਲਾਈਟਸ ਜਿਹੜੀਆਂ ਏਅਰ ਇੰਡੀਆ ਦੀ ਵੈਬਸਾਈਟ ਦੇ ਉੱਤੇ ਜਾ ਕੇ ਬੁੱਕ ਹੋ ਰਹੀਆਂ ਆ। ਹਾਲੇ ਕੁਝ ਫਲਾਈਟਸ ਹੋਰ ਬਾਕੀ ਹੈਗੀਆਂ। ਜੇ ਕੋਈ ਸੱਜਣ ਆਉਣਾ ਚਾਹੁੰਦਾ ਆ, ਕੋਈ PR ਆ, ਕੋਈ ਵਰਕ ਪਰਮਿਟ ਵਾਲਾ ਆ, ਤਾਂ ਉਹ ਜੇ ਇਹਨਾਂ ਫਲਾਈਟਾਂ ਦੇ ਵਿੱਚ ਹਾਸਲ ਕਰ ਲਵੇ ਟਿਕਟ, ਤਾਂ ਉਹ ਇੱਥੇ ਆ ਸਕਦਾ ਹੈ ਜੀ। ਅਤੇ ਬਾਕੀ ਹਜੇ ਸਪੈਸ਼ਲ ਫਲਾਈਟਸ ਬਾਰੇ ਕੋਈ ਹੋਰ ਅਨਾਊਂਸਮੈਂਟ ਅਜੇ ਸਰਕਾਰ ਨੇ, ਨਾ ਕੈਨੇਡਾ ਵਾਲਿਆਂ ਨੇ, ਨਾ ਭਾਰਤ ਵਾਲਿਆਂ ਨੇ ਨਹੀਂ ਕੀਤੀ ਜੀ। ਜਿਹਦੇ ਕਰਕੇ ਸਾਰਾ ਰੌਲਾ ਰੱਪਾ ਪਿਆ ਹੈ COVID-19, ਇਹਦੀ ਦਵਾਈ ਦੀ ਕੀ ਅਪਡੇਟ ਆ? ਕਦੋਂ ਆਊਗੀ ਜਾਂ ਕੁਛ ਪਤਾ ਲੱਗਿਆ? ਦਵਾਈ ਦੇ ਲੈ ਕੇ ਜੇ ਆਪਾਂ ਵਿਰੋਧੀ ਜਿਹੜੇ ਸਵੈ ਵਿਰੋਧੀ ਬਿਆਨ ਆ ਰਹੇ ਆ। ਹੁਣ ਜੇ ਤਾਂ ਆਪਾਂ ਗੱਲ ਕਰੀਏ ਅਮਰੀਕਾ ਦੀ, ਤਾਂ ਅਮਰੀਕਾ ਦੀ ਇੱਕ ਬਹੁਤ ਵੱਡੀ ਕੰਪਨੀ ਆ ਮਾਡਰਨ,
ਜੀ। ਉਹ 8 ਜਣਿਆਂ ਦੇ ਉੱਤੇ ਟੈਸਟ ਕਰ ਰਹੀ ਸੀ, 8 ਮਨੁੱਖਾਂ ਦੇ ਉੱਤੇ। ਉਹ ਕਹਿੰਦੇ ਜਿਹੜੇ ਸਾਡੇ ਮੁੱਢਲੇ ਟੈਸਟ ਹੈਗੇ ਆ ਉਹ ਬਹੁਤ ਸਫਲਤਾਪੂਰਵਕ ਸਿੱਧ ਰਹੇ ਆ, ਵਧੀਆ ਰਹੇ ਆ, ਤੇ ਇਸ ਦੇ ਕਰਕੇ ਅਸੀਂ ਹੁਣ ਜਿਹੜਾ ਵੱਡੇ ਪੱਧਰ ਦੇ ਉੱਤੇ ਹੋਰ ਮਨੁੱਖਾਂ ਦੇ ਉੱਤੇ ਟੈਸਟਿੰਗ ਕਰਨੀ ਆ, ਉਹ ਵੀ ਸਫਲ ਰਹੀ ਤਾਂ ਉਸ ਤੋਂ ਬਾਅਦ ਦਵਾਈ ਜਿਹੜੀ ਆ ਉਹ ਬਣ ਕੇ ਬਾਹਰ ਆ ਜਾਊਗੀ ਜੀ। ਉਹਦੇ ਨਾਲ ਕੀ ਹੁੰਦਾ ਕਿ ਜਦੋਂ ਹੀ ਇਹੋ ਜਿਹੀ ਕੋਈ ਗੱਲ ਹੁੰਦੀ ਆ ਤਾਂ ਨਾਲੇ ਜਿਹੜੀਆਂ ਕੰਪਨੀਆਂ ਉਹਨਾਂ ਦੇ ਸ਼ੇਅਰ ਜਿਹੜੇ ਉੱਪਰ ਚਲੇ ਜਾਂਦੇ ਆ, ਜਿਹੜੀ ਇਹ ਬਿਆਨ ਦਿੰਦੀਆਂ। ਹੁਣ ਲੋਕ ਜਿਹੜੇ ਇਹ ਵੀ ਸੋਚਣ ਲੱਗ ਪਏ ਕਿ ਇੱਕ ਕੰਪਨੀ ਕਹਿੰਦੀ ਆ ਵੀ ਦਵਾਈ ਸਾਡੀ ਲਗਭਗ ਤਿਆਰ ਆ, ਦੂਜੀ ਕੰਪਨੀ ਕਹੀ ਜਾਂਦੀ ਆ ਵੀ ਇਹ ਬਣ ਨਹੀਂ ਸਕਦੀ, ਤੇ ਇਹ ਕਿਤੇ ਸਿਰਫ ਸ਼ੇਅਰ ਉੱਪਰ ਲਿਜਾਣ ਦੀ ਗੱਲ ਤਾਂ ਨਹੀਂ ਹੈਗੀ। ਕਿਉਂਕਿ ਯੂਰਪੀਅਨ ਜਿਹੜੀਆਂ ਕੰਪਨੀਜ਼ ਹੈਗੀਆਂ ਬਹੁਤ ਵੱਡੀਆਂ, ਉਹਨਾਂ ਦੇ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਆ। ਇੱਕ ਯੂਰਪੀਅਨ ਸੰਸਥਾ ਨੂੰ ਸੰਬੋਧਨ ਕਰਦਿਆਂ ਇੱਕ ਯੂਰਪੀਅਨ ਮੈਡੀਸਨ ਸੰਸਥਾ ਦੇ ਆਗੂ ਨੇ ਵੀ ਇਹ ਬਿਆਨ ਦਿੱਤਾ ਆ, ਕਹਿੰਦੇ ਵੀ ਵੈਕਸੀਨ ਜਿਹੜਾ ਆ ਹਜੇ ਅਸੀਂ ਬਣਾਉਣ ਤੋਂ ਬਹੁਤ ਦੂਰ ਆ। ਜੇ ਮੰਨ ਲਓ ਅਸੀਂ ਵੈਕਸੀਨ ਤੱਕ ਪਹੁੰਚ ਵੀ ਜਾਂਦੇ ਹਾਂ ਬਣਾਉਣ ਤੱਕ, ਤਾਂ ਉਹਨੂੰ ਪੂਰੀ ਦੁਨੀਆ ਦੇ ਲੋਕਾਂ ਦੇ ਵਾਸਤੇ ਬਣਾਉਣ ਵਾਸਤੇ ਬਹੁਤ ਸਮਾਂ ਲੱਗਣਾ ਆ, ਕਈ ਸਾਲ ਵੀ ਜਿਹੜੇ ਲੱਗ ਸਕਦੇ ਆ। ਅਤੇ ਇਸ ਦੇ ਨਾਲ ਹੀ ਜਿਹੜੇ ਰਾਸ਼ਟਰਪਤੀ ਟਰੰਪ ਆ, ਉਹਨਾਂ ਨੇ ਸਨਸਨੀ ਫੈਲਾਤੀ ਵੀਕਐਂਡ ਦੇ ਉੱਤੇ, ਇਹ ਕਹਿ ਕੇ ਕਿ ਮੈਂ ਤਾਂ ਮਲੇਰੀਏ ਦੀ ਦਵਾਈ ਜਿਹੜੀ ਕੁਨੈਨ ਆ ਉਹ ਬੀਤੇ 1.5 ਹਫ਼ਤੇ ਤੋਂ ਛਕ ਰਿਹਾ ਆ। ਅਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਵੈਕਸੀਨ ਜਿਹੜਾ ਆਵੇ ਚਾਹੇ ਨਾ ਆਵੇ, ਜਿਹੜਾ ਅਮਰੀਕਾ ਆ ਉਹ ਤਾਂ ਖੁੱਲ੍ਹ ਕੇ ਰਹੂਗਾ ਜੀ। ਸੋ ਇਸ ਤਰ੍ਹਾਂ ਦੇ ਬਿਆਨ ਜਿਹੜੇ ਆ ਰਹੇ ਆ, ਕੋਈ ਵੀ ਠੋਸ ਗੱਲ ਨਹੀਂ ਹੈਗੀ ਕਿ ਜੇ ਕੋਈ ਕੰਪਨੀ ਜਾਂ ਕੋਈ ਬੰਦਾ ਇਹ ਕਹਿ ਦੇਵੇ ਜਾਂ ਕੋਈ ਮੁਲਕ ਇਹ ਕਹਿ ਦੇਵੇ ਕਿ ਇਸ ਤਰ੍ਹਾਂ ਜੀ ਹੁਣ ਇੰਨੇ ਚਿਰ ਦੇ ਵਿੱਚ ਟੀਕਾ ਜਿਹੜਾ ਆ ਜਾਂ ਉਹ ਵੈਕਸੀਨ ਆ ਉਹ ਬਾਹਰ ਲੈ ਆਉਣੀ ਆ। ਤੇ ਰਾਸ਼ਟਰਪਤੀ ਟਰੰਪ ਨੇ ਉੱਥੋਂ ਦੀਆਂ ਕੰਪਨੀਆਂ ਨੂੰ ਵੀ ਕੁਝ ਕਿਹਾ, ਅਮਰੀਕਾ ਦੀਆਂ ਨੂੰ? ਅਮਰੀਕਾ ਦੀਆਂ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਆ ਉਹਨਾਂ ਨੂੰ ਮੇਕ ਇਨ ਅਮਰੀਕਾ ਦੇ ਨਾਅਰੇ ਥੱਲੇ ਕਿਹਾ ਗਿਆ ਕਿ ਤੁਸੀਂ ਅਮਰੀਕਾ ਦੇ ਵਿੱਚ ਹੀ ਪ੍ਰੋਡਕਸ਼ਨ ਆਪਣੀ ਕਰੋ, ਮੈਨੂਫੈਕਚਰਿੰਗ ਜਿਹੜੀ ਆ ਇੱਥੇ ਕਰੋ ਜੀ। ਹੁਣ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਚੀਨ ਤੋਂ ਆਪਣਾ ਅੱਡਾ ਗੱਡਾ ਪੱਟ ਕੇ ਹੋਰ ਜਾਣ ਲਈ ਉਤਾਵਲੀਆਂ, ਕਿਉਂਕਿ ਜਿਸ ਹਿਸਾਬ ਸਰਕਾਰ ਵੱਲੋਂ, ਅਮਰੀਕਾ ਸਰਕਾਰ ਵੱਲੋਂ ਦਬਾਅ ਹੈਗਾ, ਅਤੇ ਇਸ ਦੇ ਨਾਲ ਦੀ ਨਾਲ ਇਹ ਵੀ ਇੱਕ ਕਿਤੇ ਨਾ ਕਿਤੇ ਹੋਇਆ ਕਿ ਸਾਰਾ ਕੁਝ ਇੱਕ ਮੁਲਕ ਵਿੱਚ ਨਾ ਲਾਓ। ਜਿਵੇਂ ਕਰੋਨਾ ਵਰਗੀ ਕੋਈ ਵਿਪਤਾ ਪੈਂਦੀ ਹੈ ਤਾਂ ਸਾਰਾ ਕੁਝ ਸਟੱਕ ਹੋ ਕੇ ਰਹਿ ਗਿਆ ਸੀਗਾ, ਇਹੀ ਜੇ ਕੁਝ ਵੰਡਿਆ ਹੋਵੇ ਤਾਂ ਚੰਗੀ ਗੱਲ ਆ। ਹੁਣ ਜਿਹੜੀ ਟਰੰਪ ਦੀ ਨੀਤੀ ਹੈ ਸ਼ੁਰੂ ਤੋਂ ਮੇਕ ਇਨ ਅਮਰੀਕਾ ਆ, ਬਹੁਤ ਸਾਰੇ ਲੋਕ ਇਸ ਗੱਲ ਨੂੰ ਪਸੰਦ ਵੀ ਕਰਦੇ ਆ। ਉਹ ਕਹਿੰਦੇ ਵੀ ਜਿਹੜੀ ਵੀ ਕੰਪਨੀ ਨੇ ਆਪਣੀ ਮੈਨੂਫੈਕਚਰਿੰਗ ਅਮਰੀਕਾ ਦੇ ਵਿੱਚ ਲਾਉਣੀ ਆ, ਉਹਨੂੰ ਸਰਕਾਰ ਸਹਿਯੋਗ ਦੇਊਗੀ, ਅਤੇ ਜਿਹਨੇ ਕਿਤੇ ਹੋਰ ਬਾਹਰਲੇ ਮੁਲਕ 'ਚ ਲਾਉਣੀ ਆ ਉਹਦੇ ਉੱਤੇ ਟੈਕਸ ਲਾਇਆ ਜਾਊਗਾ। ਹੁਣ ਭਾਰਤ, ਬ੍ਰਾਜ਼ੀਲ, ਵੀਅਤਨਾਮ, ਮਲੇਸ਼ੀਆ ਅਤੇ ਇਸ ਦੇ ਨਾਲ ਹੀ ਮੈਕਸੀਕੋ, ਬੰਗਲਾਦੇਸ਼, ਬਹੁਤ ਸਾਰੇ ਮੁਲਕ ਸੀਗੇ ਜਿਨ੍ਹਾਂ ਨੂੰ ਲੱਗਦਾ ਸੀਗਾ ਕਿ ਚੀਨ ਦੇ ਵਿੱਚੋਂ ਜਿਹੜੀਆਂ ਕੰਪਨੀਆਂ ਪੱਟ ਹੋਣੀਆਂ ਆ ਉਹਨਾਂ ਨੂੰ ਕਿਸੇ ਨਾ ਤਰੀਕੇ ਆਪਾਂ ਲੈ ਆਈਏ ਇੱਧਰ। ਬਕਾਇਦਾ ਭਾਰਤ ਸਰਕਾਰ ਵੱਲੋਂ 1000 ਤੋਂ ਉੱਪਰ ਅਮਰੀਕਨ ਕੰਪਨੀਆਂ ਦੇ ਨਾਲ ਸੰਪਰਕ ਸਾਧਿਆ ਗਿਆ ਸੀ ਅਤੇ ਕਿਹਾ ਗਿਆ ਸੀਗਾ ਕਿ ਤੁਹਾਨੂੰ ਲਾਭ ਦੇਵਾਂਗੇ, ਜ਼ਮੀਨ ਦੇਵਾਂਗੇ, ਤੁਸੀਂ ਇੱਥੇ ਸਾਡੇ ਜਿਹੜੇ ਆ ਉਹ ਪਲਾਂਟ ਲਾਓ। ਪਰ ਹੁਣ ਅਮਰੀਕਨ ਰਾਸ਼ਟਰਪਤੀ ਟਰੰਪ ਦੀ ਘੁਰਕੀ ਤੋਂ ਬਾਅਦ ਇਹਨਾਂ ਆਸਾਂ ਦੇ ਉੱਤੇ ਪਾਣੀ ਫਿਰ ਗਿਆ ਜਾਪਦਾ ਆ ਕਿ ਈਵਨ ਐਪਲ ਵਰਗੀਆਂ ਜਿਹੜੀਆਂ ਕੰਪਨੀਆਂ ਉਹਨਾਂ ਨੂੰ ਵੀ ਕਹਿ ਦਿੱਤਾ ਗਿਆ ਕਿ ਨਹੀਂ, ਤੁਸੀਂ ਅਮਰੀਕਾ ਦੇ ਵਿੱਚ ਪ੍ਰੋਡਕਸ਼ਨ ਕਰੋ। ਹੁਣ ਪ੍ਰੋਡਕਸ਼ਨ ਲੈ ਕੇ ਇਕੱਲੇ ਗਏ ਸੀਗੇ ਉੱਥੇ, ਇਹ ਵੀ ਇੱਕ ਸਵਾਲ ਹੈ ਜੀ ਵਿੱਚ। ਜੀ। ਪ੍ਰੋਡਕਸ਼ਨ ਇਸ ਕਰਕੇ ਲੈ ਕੇ ਗਏ ਸੀ ਕਿ ਜੇ ਸਾਰਾ ਕੁਛ ਇੱਥੇ ਬਣਦਾ ਉਹਦੇ ਨਾਲ ਪੌਣ ਪਾਣੀ ਵੀ ਦੂਸ਼ਿਤ ਹੁੰਦਾ। ਇਸ ਦੇ ਨਾਲ ਜਿਹੜੀ ਲੇਬਰ ਬਹੁਤ ਮਹਿੰਗੀ ਹੈ ਇੱਥੇ, ਉਹ ਮਿਲਦੀ ਨਹੀਂ ਹੈਗੀ, ਅਤੇ ਜਦੋਂ ਲੇਬਰ ਮਹਿੰਗੀ ਦੇ ਨਾਲ ਕੋਈ ਪ੍ਰੋਡਕਟ ਤਿਆਰ ਹੁੰਦਾ ਤਾਂ ਪ੍ਰੋਡਕਟ ਮਹਿੰਗਾ ਬਹੁਤ ਹੋ ਜਾਂਦਾ, ਲੋਕ ਅਫੋਰਡ ਨਹੀਂ ਕਰ ਸਕਦੇ। ਇਹ ਠੀਕ ਆ ਕਿ ਜੇ ਮੇਕ ਇਨ ਅਮਰੀਕਾ ਚੀਜ਼ਾਂ ਬਣੀਆਂ ਉਹਦੇ ਨਾਲ ਕੈਨੇਡਾ ਨੂੰ, ਅਮਰੀਕਾ ਨੂੰ ਬਹੁਤ ਫਾਇਦਾ ਹੋਣਾ ਆ, ਪਰ ਗੱਲ ਤਾਂ ਇਹ ਹੈ ਕਿ ਉਹ ਮਹਿੰਗੀਆਂ ਇੰਨੀਆਂ ਹੋ ਜਾਣੀਆਂ ਕਿ ਜੋਬਾਂ ਨਿਕਲ ਆਉਣਗੀਆਂ ਹੋਰ, ਪਰ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਣੀਆਂ। ਸੋ ਇੱਕ ਦਚਿੱਤੀ ਹੈਗੀ ਆ। ਸੋ ਟਰੰਪ ਜਿਹੜੇ ਉਹ ਲਗਾਤਾਰ ਬਜ਼ਿੱਦ ਨੇ, ਕਹਿੰਦੇ ਮੇਕ ਇਨ ਅਮਰੀਕਾ ਕਰਕੇ ਰਹਿਣਾ ਜੀ। ਅਤੇ ਜਿਹੜੇ ਅਮਰੀਕੀ ਕਾਂਗਰਸਮੈਨ ਆ ਉਹਨਾਂ ਨੇ ਕੁਝ ਹੋਰ ਸਹਾਇਤਾ ਦੀ ਮੰਗ ਕੀਤੀ ਹੈ ਜੀ? ਟਰੰਪ ਪ੍ਰਸ਼ਾਸਨ ਨੇ $300 ਬਿਲੀਅਨ ਤੋਂ ਉੱਪਰ ਦੀ ਮਦਦ ਜਿਹੜੀ ਅਮਰੀਕਾ ਨੂੰ ਦਿੱਤੀ ਸੀਗੀ ਜੀ। ਉਹਦੇ 'ਚੋਂ ਇੱਕ ਵੱਡਾ ਹਿੱਸਾ ਸੀਗਾ ਇਹ ਕਿ ਜਿਹੜੇ ਅਮਰੀਕਨਸ ਦੀ ਸਾਲਾਨਾ ਆਮਦਨ $70,000 ਤੋਂ ਘੱਟ ਹੈਗੀ ਆ, ਉਹਨਾਂ ਨੂੰ $1,200 ਪ੍ਰਤੀ ਵਿਅਕਤੀ ਜਿਹੜਾ ਘਰ ਬੈਠਿਆਂ ਨੂੰ ਵਿਹਲੇ ਨੂੰ ਦਿੱਤਾ ਗਿਆ ਸੀਗਾ। $500 ਉਹਨਾਂ ਦੇ ਬੱਚਿਆਂ ਨੂੰ ਵੀ ਜਿਹੜਾ ਦਿੱਤਾ ਗਿਆ ਸੀਗਾ। ਹੁਣ ਜਿਹੜੇ ਕਾਂਗਰਸਮੈਨ ਹੈਗੇ ਆ ਕੁਛ, ਉਹ ਇਹ ਮੰਗ ਕਰ ਰਹੇ ਆ ਕਿ ਉਹ ਅਨਫ ਨਹੀਂ ਹੈਗਾ, ਕਿਉਂਕਿ ਜਿਹੜੇ ਕੰਮਕਾਰ ਹੱਲੇ ਵੀ ਚੱਲ ਨਹੀਂ ਰਹੇ ਹੈਗੇ, ਲੋਕ ਘਰਾਂ ਦੇ ਵਿੱਚ ਵਿਹਲੇ ਬੈਠੇ ਆ। ਇਹ ਜਿਹੜੀ ਮਦਦ ਹੈਗੀ ਆ 1 ਸਾਲ ਲਈ ਦਿੱਤੀ ਜਾਵੇ। ਅੱਛਾ। ਸੋ 1 ਸਾਲ ਲਗਾਤਾਰ ਜਿਹੜਾ ਆ ਉਹ $1,200 ਪ੍ਰਤੀ ਮਹੀਨਾ ਜਿਹੜਾ ਆ ਉਹ 70,000 ਤੋਂ ਘੱਟ ਆਮਦਨ ਵਾਲਿਆਂ ਨੂੰ, ਅਤੇ ਨਾਲ $500 ਬੱਚਿਆਂ ਨੂੰ ਉਹ ਅਮਰੀਕਨ ਸਰਕਾਰ ਮੁਹੱਈਆ ਕਰਾਵੇ। ਇਹਦੇ ਨਾਲ ਹੀ ਜਿਹੜੀ ਮੰਗ ਇਹ ਕੀਤੀ ਗਈ ਹੈ ਕਿ ਜਿਹੜੀਆਂ ਮੋਰਗੇਜ ਦੀਆਂ ਹੈਗੀਆਂ ਉਹਨਾਂ ਦੇ ਕਿਸ਼ਤਾਂ, ਉਹ 1 ਸਾਲ ਦੇ ਵਾਸਤੇ ਰੱਦ ਕੀਤੀਆਂ ਜਾਣ, ਅਤੇ ਨਾਲ ਦੀ ਨਾਲ 1 ਸਾਲ ਦੇ ਲਈ ਜੇ ਮੋਰਗੇਜ ਦੀਆਂ ਕਿਸ਼ਤਾਂ ਰੱਦ ਹੋਣੀਆਂ, ਅਤੇ ਜਿਹੜਾ ਕਿਰਾਇਆ ਹੈਗਾ ਜੀ 1 ਸਾਲ ਦੇ ਵਾਸਤੇ ਜਿਹੜੇ ਲੋਕ ਕਿਰਾਏ 'ਤੇ ਰਹਿੰਦੇ ਆ ਉਹ ਵੀ ਰੱਦ ਕੀਤਾ ਜਾਵੇ। ਉਹ ਇੱਕ ਮੰਗ ਆ, ਇੱਕ ਬਿੱਲ ਬਣਾ ਕੇ ਕਾਂਗਰਸਮੈਨ ਵੱਲੋਂ ਇਹ ਪੇਸ਼ ਕੀਤਾ ਜਾਣਾ ਆ। ਇਹ ਪਾਸ ਹੁੰਦਾ ਜਾਂ ਇਹਦੇ ਉੱਤੇ ਇਹਨੂੰ ਘਟਾਇਆ ਵਧਾਇਆ ਜਾਂਦਾ, ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗਣਾ ਜੀ। ਪਰ ਅਮਰੀਕਨ ਕਾਂਗਰਸਮੈਨ ਜ਼ੋਰ ਮਾਰ ਰਹੇ ਆ ਕਿ ਉਹਨਾਂ ਦੇ ਲੋਕਾਂ ਦਾ ਭਲਾ ਹੋਵੇ। ਆਪਣੀ ਜਨਮ ਭੂਮੀ ਭਾਰਤ ਵੱਲ ਚੱਲਦੇ ਹਾਂ। ਉੱਥੇ ਕੀ ਹਾਲਤ ਆ ਇਸ ਵੇਲੇ? ਕੋਵਿਡ-19 ਦੀ ਪਿਛਲੇ ਦਿਨਾਂ ਦੇ ਵਿੱਚ ਬਹੁਤ ਬੁਰੀ ਹਾਲਤ ਸੁਣ ਰਹੇ ਸੀ, ਜਿਹੜੇ
ਮਜ਼ਦੂਰ ਇੱਕ ਰਾਜ ਤੋਂ ਦੂਸਰੇ ਰਾਜ ਵੱਲ ਜਾ ਰਹੇ ਆ। ਜਸਕਰ ਜੀ, ਜਿੱਦਾਂ ਹੁਣ ਆਪਾਂ ਕੈਨੇਡਾ ਦੀ ਪਹਿਲਾਂ ਗੱਲ ਕਰਕੇ ਹਟੇ ਹਾਂ ਹੈ ਨਾ, ਜੀ। ਫਿਰ ਆਪਾਂ ਅਮਰੀਕਾ ਦੀ ਗੱਲ ਕੀਤੀ ਆ ਕਿ ਦੋਹੇ ਸਰਕਾਰਾਂ ਦਾ ਜ਼ੋਰ ਲੱਗਾ ਹੋਇਆ ਵੀ ਆਪਣੇ ਲੋਕਾਂ ਤੱਕ ਜਿਹੜਾ ਆ ਉਹ ਪੈਸਾ ਕਿੱਦਾਂ ਪਹੁੰਚਾਉਣਾ ਆ। ਜੀ। ਤੇ ਦੂਜੇ ਪਾਸੇ ਜਦੋਂ ਆਪਾਂ ਭਾਰਤ ਸਰਕਾਰ ਦੀ ਗੱਲ ਕਰਦੇ ਹਾਂ ਤਾਂ ਉਹਨੇ ਐਲਾਨ ਤਾਂ ਬਹੁਤ ਵੱਡੇ ਵੱਡੇ ਕਰਤੇ ਆ, ਪਰ ਗਰਾਊਂਡ ਲੈਵਲ ਉੱਤੇ ਹੋਇਆ ਕੁਛ ਨਹੀਂ ਹੈਗਾ। ਪੈਸੇ ਤਾਂ ਤੁਸੀਂ ਦੇਣੇ ਅੱਡ ਗੱਲ ਆ, ਲੋਕਾਂ ਦੇ ਕੋਲੋਂ ਉਹਨਾਂ ਨੂੰ ਸਫ਼ਰ ਨਹੀਂ ਕਰਨ ਦੀ ਸਹੂਲਤ ਜਿਹੜੀ ਆ ਉਹ ਨਹੀਂ ਦਿੱਤੀ ਗਈ ਹੈਗੀ। ਹਜ਼ਾਰਾਂ ਲੋਕ ਜਿਹੜੇ ਆ ਦੱਖਣੀ ਭਾਰਤ ਵਿੱਚੋਂ ਤੇ ਉੱਤਰੀ ਭਾਰਤ ਵਿੱਚੋਂ ਆਪਣੇ ਜਿਹੜੇ ਘਰ ਹੈਗੇ ਆ ਮੱਧ ਭਾਰਤ ਦੇ ਵਿੱਚ, ਬਿਹਾਰ ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ ਉੱਥੇ ਜਾਣਾ ਚਾਹੁੰਦੇ ਆ। ਹੁੰਦਾ ਕੀ ਹੈ ਕਿ ਬਜਾਏ ਕਿ ਉਹਨਾਂ ਦੀ ਮਦਦ ਕੀਤੀ ਜਾਵੇ, ਉਹਨਾਂ ਨੂੰ ਕੁੱਟਿਆ ਮਾਰਿਆ ਜਾ ਰਿਹਾ। ਤਰ੍ਹਾਂ ਤਰ੍ਹਾਂ ਦੀਆਂ ਵੀਡੀਓਜ਼ ਜਿਹੜੀਆਂ ਉਹ ਆ ਰਹੀਆਂ। ਕਿਸੇ ਵੀਡੀਓ ਦੇ ਵਿੱਚ ਕਿਸੇ ਪੁੱਤ ਨੇ ਆਪਣੀ ਮਾਂ ਜਾਂ ਪਿਓ ਨੂੰ ਚੱਕਿਆ ਹੋਇਆ, ਬਜ਼ੁਰਗ ਨੂੰ। ਕਿਸੇ ਵੀਡੀਓ ਦੇ ਵਿੱਚ ਕੋਈ ਬੱਚਾ ਜਿਹੜਾ ਟੈਚੀ ਕੇਸ 'ਤੇ ਸੁੱਤਾ ਪਿਆ ਆ। ਕਿਸੇ ਵੀਡੀਓ ਵਿੱਚ ਪੁਲਿਸ ਵਾਲੇ ਜਿਹੜੇ ਆ ਉਹ ਮਜ਼ਦੂਰਾਂ ਦੇ ਉੱਤੇ ਡਾਂਗ ਵਰ੍ਹਾ ਰਹੇ ਆ, ਕੁੱਟ ਮਾਰ ਰਹੇ ਆ। ਸੋ ਇਹੋ ਜਿਹੀ ਇੱਕ ਦੇਖ ਕੇ ਮੰਜ਼ਰ ਜਿਹੜਾ ਆ ਉਹ ਕਿਤੇ ਨਾ ਕਿਤੇ 1947 ਦਾ ਚੇਤਾ ਆ ਜਾਂਦਾ, ਜਦੋਂ ਬਟਵਾਰਾ ਹੋਇਆ ਸੀਗਾ ਤੇ ਲੋਕ ਬੇਘਰ ਹੋ ਕੇ ਇੱਧਰੋਂ ਉੱਧਰ ਗਏ ਸੀਗੇ। ਸੋ ਉਦੋਂ ਦੋ ਮੁਲਕਾਂ ਦੀ ਵੰਡ ਸੀ। ਹੁਣ ਵੀ ਉਹੋ ਜਿਹੇ ਹਾਲਾਤ ਜਿਹੜੇ ਆ ਦਿਖਦੇ ਉਹਨਾਂ ਤਸਵੀਰਾਂ ਤੋਂ, ਉਸ ਕੁੱਟਮਾਰ ਤੋਂ, ਕਿ ਲਗਭਗ ਲੋਕ ਉਹੋ ਜਿਹਾ ਹੀ ਦਰਦ ਜਿਹੜਾ ਆ ਹੰਢਾ ਰਹੇ ਆ। ਤੇ ਜਿਹੜੇ ਮਜ਼ਦੂਰ ਹੈਗੇ ਆ ਉਹ ਇੰਨੇ ਮਜਬੂਰ ਹੋ ਗਏ ਆ ਕਿ ਰੋ ਰਹੇ ਆ ਜੀ। ਰਾਮ ਪ੍ਰਕਾਰ ਪੰਡਿਤ ਨਾਂ ਦੇ ਇੱਕ ਰੋਂਦੇ ਹੋਏ ਵਿਅਕਤੀ ਦੀ ਜਿਹੜੀ ਤਸਵੀਰ ਆ, ਵੀਡੀਓ ਆ, ਬੜੀ ਵਾਇਰਲ ਹੋਈ ਆ। ਉਹ ਕਹਿੰਦਾ ਵੀ ਸਾਡਾ ਮਜ਼ਦੂਰਾਂ ਦਾ ਮੁਲਕ ਕਿੱਥੇ ਆ। ਬਹੁਤ ਵੱਡਾ ਸਵਾਲ ਜਿਹੜਾ ਉਹਨੇ ਕੀਤਾ। ਪਰ ਉਹਦੇ ਵਿੱਚ ਗੱਲ ਹੁਣ ਇਹ ਹੈ ਕਿ ਰਾਮ ਪ੍ਰਕਾਰ ਪੰਡਿਤ ਵਰਗੇ ਲੋਕ ਜਿਹੜੇ ਆ, ਇਹਨਾਂ ਨੂੰ ਜਦੋਂ ਧਰਮ ਦੇ ਨਾਂ ਨਾਲ ਜੋੜਿਆ ਜਾਂਦਾ ਵੀ ਤੁਸੀਂ ਹਿੰਦੂ ਹੋ, 500-700 ਰੁਪਈਆ ਦੇ ਕੇ ਵੋਟਾਂ ਹਥਿਆ ਲਈਆਂ ਜਾਂਦੀਆਂ। ਉਦੋਂ ਬਾਅਦ ਫਿਰ ਲਗਾਤਾਰ 5 ਸਾਲ ਫਿਰ ਇਹਨੂੰ ਮਜ਼ਦੂਰ ਦੇ ਖਾਨੇ ਵਿੱਚ ਪਾ ਦਿੱਤਾ ਜਾਂਦਾ, ਫਿਰ ਇਹ ਹਿੰਦੂ ਨਹੀਂ ਰਹਿੰਦੇ। ਉਸ ਨੂੰ ਲੈ ਕੇ ਹੁਣ ਜਿਹੜੀ ਆ ਕਾਫੀ ਚਰਚਾ ਜਿਹੜੀ ਆ ਉਹ ਚੱਲ ਰਹੀ ਆ ਕਿ ਰਾਮ ਪ੍ਰਕਾਰ ਪੰਡਿਤ ਵਰਗੇ ਲੋਕਾਂ ਦੀ ਜਿਹੜੀ ਆ ਬਾਂਹ ਕੌਣ ਫੜੇ, ਜਿਹੜੇ ਕਿ ਮੋਦੀ ਦੇ ਰਾਜ ਦੇ ਵਿੱਚ ਕਹਿ ਰਹੇ ਸੀਗੇ ਕਿ ਅਸੀਂ ਕਸ਼ਮੀਰ ਦੇ ਵਿੱਚ ਪਲਾਟ ਖਰੀਦਣੇ ਆ ਜਾਂ ਅਸੀਂ ਕਸ਼ਮੀਰ ਜਿਹੜੀਆਂ ਕੁੜੀਆਂ ਆ ਉਹਨਾਂ ਦੇ ਨਾਲ ਵਿਆਹ ਰਚਾਉਣੇ ਹੈਗੇ ਆ। ਸੋ ਇਹੋ ਜਿਹਾ ਇੱਕ ਉੱਥੇ ਮਾਹੌਲ ਬਣਿਆ ਹੋਇਆ। ਮਜ਼ਦੂਰ ਜਿਹੜਾ ਕਾਫੀ ਪੀੜਤ ਆ। ਪੰਜਾਬ ਤੋਂ ਮਜ਼ਦੂਰਾਂ ਦਾ ਇੱਕ ਗਰੁੱਪ ਜਿਹੜਾ ਹਰਿਆਣਾ ਟੱਪ ਕੇ ਰਾਜਸਥਾਨ ਦੇ ਯੂਪੀ ਦੇ ਵਿੱਚ ਸਹਾਰਨਪੁਰ ਤੱਕ ਪਹੁੰਚ ਗਿਆ ਜੀ। ਉੱਥੋਂ ਉਹਨਾਂ ਨੂੰ ਫੜ ਕੇ ਇਹ ਨਹੀਂ ਕੀਤਾ ਗਿਆ ਕਿ ਜਿੱਥੇ ਉਹ ਜਾਣਾ ਚਾਹੁੰਦੇ ਸੀ ਬਿਹਾਰ ਉੱਤੇ ਛੱਡ ਆਈਏ। ਉਹਨਾਂ ਨੂੰ ਵਾਪਸ ਸ਼ੰਭੂ ਬਾਰਡਰ ਜਿਹੜਾ ਕਿ ਹਰਿਆਣਾ ਪੰਜਾਬ ਦਾ ਬਾਰਡਰ ਆ ਉੱਥੇ ਛੱਡ ਦਿੱਤਾ ਗਿਆ, ਕੁੱਟਿਆ ਮਾਰਿਆ ਗਿਆ। ਸੋ ਇਹੋ ਜਿਹੇ ਹਾਲਾਤ ਨੇ ਜੀ। ਹੁਣ ਭਾਰਤ ਦੇ ਵਿੱਚ ਲੋਕਡਾਊਨ ਜਿਹੜਾ 31 ਮਈ ਤੱਕ ਵਧਾ ਦਿੱਤਾ ਗਿਆ ਆ। ਸੂਬੇ ਤੋਂ ਸੂਬੇ ਨੂੰ ਚੱਲਣ ਵਾਲੀ ਜਿਹੜੀ ਬੱਸ ਸਰਵਿਸ ਹੈ, ਅੰਤਰਰਾਜੀ ਬੱਸ ਸਰਵਿਸ, ਉਹ ਹਲੇ ਬੰਦ ਹੀ ਰਹਿਣੀ ਆ। ਪਰ ਸੂਬੇ ਦੇ ਵਿਚਾਲੇ ਜਿਹੜੀ ਆ ਉਹ ਸਰਵਿਸ ਚੱਲੂਗੀ। ਜਿਹੜੇ ਹੁਣ ਉੱਥੇ ਲੋਕ ਨੇ ਜੋ ਕਰੋੜਾਂ ਦੇ ਵਿੱਚ ਆ, ਸੈਂਕੜਿਆਂ ਦੇ ਵਿੱਚ ਜਾਂ ਹਜ਼ਾਰਾਂ 'ਚ ਨਹੀਂ ਹੈਗੇ। ਇਹਨਾਂ ਕਰੋੜਾਂ ਲੋਕਾਂ ਨੂੰ ਇੱਧਰ ਉੱਧਰ ਮੂਵ ਕਰਨਾ ਸਰਕਾਰ ਲਈ ਬਹੁਤ ਵੱਡੀ ਚੁਣੌਤੀ ਆ। ਤੇ ਪਰ ਸਰਕਾਰ ਜਿਹੜੀ ਆ ਸਿਰਫ ਹੱਥ 'ਤੇ ਹੱਥ ਧਰੀ ਬੈਠੀ, ਐਲਾਨ ਕਰ ਰਹੀ ਆ। ਜਿਹੜੇ ਕਹਿ ਲਓ ਮਦਦ ਆ ਉਹ ਧੁਰ ਥੱਲੇ ਤੱਕ ਪਹੁੰਚ ਨਹੀਂ ਜੀ ਰਹੀ। ਪੰਜਾਬੀ ਦੇ ਬਹੁਤ ਪ੍ਰਸਿੱਧ ਤੇ ਚਰਚਿਤ ਤੇ ਵਿਵਾਦ ਵਿੱਚ ਰਹਿੰਦੇ ਆ ਗਾਇਕ ਸਿੱਧੂ ਮੂਸੇਵਾਲਾ, ਉਹਨਾਂ ਦੇ ਮਾਮਲੇ 'ਚ ਹੁਣ ਕੋਈ ਅਪਡੇਟ ਆਈ? ਸਿੱਧੂ ਮੂਸੇਵਾਲੇ ਦੇ ਉੱਤੇ 2 ਪਰਚੇ ਜਿਹੜੇ ਧਨੌਲੇ ਤੇ ਸੰਗਰੂਰ ਵਿੱਚ ਦਰਜ ਹੋਏ ਸੀਗੇ ਜੀ। ਇੱਕ ਉਹਨਾਂ ਨੇ ਬੜਬੜ ਦੇ ਖੇਤਾਂ ਦੇ ਵਿੱਚ ਫਾਇਰਿੰਗ ਕੀਤੀ ਸੀ AK-47 ਦੇ ਨਾਲ। ਇੱਕ ਲੱਧਾ ਕੋਠੀ ਸੰਗਰੂਰ ਦੇ ਵਿੱਚ ਪਿਸਟਲ ਦੇ ਨਾਲ ਫਾਇਰਿੰਗ ਕੀਤੀ ਸੀਗੀ। ਉਹਨਾਂ ਦੇ ਉੱਤੇ ਜਿਹੜੇ ਮੁਕੱਦਮੇ ਪਾਏ ਗਏ ਸੀਗੇ, ਮਾਮਲੇ ਪਾਏ ਗਏ ਸੀ, ਉਹ ਬੜੇ ਨਰਮ ਧਾਰਾਵਾਂ ਦੇ ਅਧੀਨ ਪਾਏ ਗਏ ਸੀ ਵੀ ਉਹਨਾਂ ਨੇ ਕਰਫਿਊ ਦੀ ਜਿਹੜੀ ਆ ਉਹ ਅਵੱਗਿਆ ਕੀਤੀ ਆ। ਉਸ ਤੋਂ ਬਾਅਦ ਵਕੀਲਾਂ ਦੀ ਟੋਲੀ ਜਿਹੜੀ ਇੱਕ ਹੈਗੀ ਆ, ਜਿਹਨਾਂ ਵਿੱਚ ਸਰਦਾਰ ਹਾਕਮ ਸਿੰਘ ਖਹਿਰਾ ਸਾਹਿਬ, ਪ੍ਰਵਿੰਦਰ ਸਿੰਘ ਕਿੱਤਣਾ, ਵਕੀਲ ਸਿਮਰਜੀਤ ਕੌਰ ਮਾਨ ਤੇ ਹੋਰ ਸਾਥੀ ਜਿਹੜੇ ਆ ਉਹ ਹਾਈ ਕੋਰਟ ਵਿੱਚ ਚਲੇ ਗਏ ਸੀਗੇ ਕਿ ਇਹਨਾਂ ਦਾ ਬਚਾਅ ਕਿਉਂ ਕੀਤਾ ਜਾ ਰਿਹਾ। ਇਹ ਧਾਰਾਵਾਂ ਜੇ ਕਿਸੇ ਆਮ ਬੰਦੇ 'ਤੇ ਹੁੰਦੀਆਂ ਤਾਂ ਉਹਨੂੰ ਉਸੇ ਵੇਲੇ ਚੱਕ ਕੇ ਅੰਦਰ ਦੇ ਦੇਣਾ ਸੀਗਾ। ਅਸਲਾ ਐਕਟ ਜਿਹੜਾ ਉਹ ਲਾਇਆ ਜਾਣਾ ਸੀਗਾ। ਹੁਣ ਜਿਹੜੇ ਜਤਿੰਦਰ ਸਿੰਘ ਔਲਖ DIG ਪਟਿਆਲਾ ਰੇਂਜ ਆ, ਉਹਨਾਂ ਨੇ ਅਦਾਲਤ ਵਿੱਚ ਪੇਸ਼ ਹੋ ਕੇ ਕਿਹਾ ਕਿ ਅਸੀਂ ਬਕਾਇਦਾ ਜਿਹੜੀਆਂ ਧਾਰਾਵਾਂ ਲਾ ਰਹੇ ਹਾਂ ਤੇ ਲਾ ਦਿੱਤੀਆਂ ਗਈਆਂ ਜੀ। ਹੁਣ ਅਸਲ ਐਕਟ ਦੀਆਂ ਧਾਰਾਵਾਂ ਜਿਹੜੀਆਂ ਸਿੱਧੂ ਮੂਸੇਵਾਲੇ ਦੇ ਨਾਲ ਉਹਦੇ ਜਿਹੜੇ ਕੇਸ ਪਹਿਲਾਂ ਪਏ ਹੋਏ ਉਹਦੇ ਵਿੱਚ ਜੋੜ ਦਿੱਤੀਆਂ ਗਈਆਂ, ਜਿਹੜੀਆਂ ਕਿ ਗੈਰ ਜ਼ਮਾਨਤੀ ਧਾਰਾਵਾਂ ਨੇ ਤੇ ਪੁਲਿਸ ਜੇ ਚਾਹੇ ਤਾਂ ਉਹਨਾਂ ਨੂੰ ਜਦੋਂ ਮਰਜ਼ੀ ਜਿਹੜੀ ਆ ਫੜ ਸਕਦੀ ਆ। ਹੁਣ ਇਹੀ ਵਕੀਲ ਜਿਹੜੇ ਆ ਦੁਬਾਰਾ ਫਿਰ ਹਾਈ ਕੋਰਟ ਦੇ ਕੋਲ ਗਏ ਆ ਵੀ ਉਹਦੀ ਗ੍ਰਿਫਤਾਰੀ ਜਿਹੜੀ ਆ ਉਹ ਹੋਣੀ ਚਾਹੀਦੀ ਆ। ਤੇ ਪਲੱਸ ਜਿਹੜੀ AK-47 ਚਲਾਈ ਆ, ਹਥਿਆਰ ਚਲਾਏ ਆ, ਗੋਲੀ ਸਿੱਕਾ ਆ, ਉਹਨੂੰ ਵੀ ਕੇਸ ਦੇ ਨਾਲ ਰਿਲੇਟ ਕਰਕੇ ਐਜ਼ ਅ ਪ੍ਰੋਪਰਟੀ ਜੋੜਿਆ ਜਾਵੇ। ਤੇ ਸਿੱਧੂ ਮੂਸੇਵਾਲਾ ਕਾਫੀ ਕਸੂਤਾ ਫਸ ਗਿਆ ਜੀ। ਉਹਨੇ ਪੁਲਿਸ ਦੇ ਵਾਸਤੇ ਗਾਣੇ ਵੀ ਗਾਏ, ਵਿਦੇਸ਼ੀ ਜਿਹੜੇ ਲੋਕ ਸੀਗੇ ਉਹਨਾਂ ਨੂੰ ਬਦਨਾਮ ਕਰਨ ਲਈ ਵੀ ਗਾਇਆ। ਮੈਂ ਹਰਜੀਤ ਸਿੰਘ ਮੁਹਿੰਮ ਦਾ ਵੀ ਹਿੱਸਾ ਬਣਿਆ। ਪਰ ਉਹ ਗੱਲ ਉਹੀ ਹੋ ਗਈ ਕਿ ਪੁਲਿਸ ਦੀ ਦੁਸ਼ਮਣੀ ਵੀ ਮਾੜੀ ਤੇ ਯਾਰੀ ਵੀ ਮਾੜੀ। ਪੁਲਿਸ ਦੀਆਂ AK-47, ਪੁਲਿਸ ਦੀਆਂ ਗੋਲੀਆਂ ਪੁਲਿਸ ਨਾਲ ਖੜ ਕੇ ਚਲਾਈਆਂ ਤੇ ਹੁਣ ਪੁਲਿਸ ਹੀ ਜਿਹੜੀ ਆ ਉਹਨੂੰ ਗ੍ਰਿਫਤਾਰ ਕਰ ਸਕਦੀ ਆ। ਨਾਲ ਹੀ ਉਹਦੇ ਜਿਹੜੇ 3-4 ਹੋਰ ਸਾਥੀ ਆ ਜੀ ਤੇ ਕੁਝ ਪੁਲਿਸ ਵਾਲੇ ਆ, ਉਹ ਵੀ ਇਹਨਾਂ ਆਰਮਸ ਐਕਟ ਦੇ ਅੰਡਰ ਹੀ ਜਿਹੜੇ ਉਹਨਾਂ ਨੂੰ ਲਿਆਂਦਾ ਗਿਆ ਜੀ। ਆਗੂ ਸਰਦਾਰ ਮਨਜਿੰਦਰ ਸਿੰਘ ਸਿਰਸਾ ਅੱਜ ਕੱਲ੍ਹ ਚਰਚਾ 'ਚ ਨੇ, ਕੀ ਮਾਮਲਾ ਹੋਇਆ ਜੀ? ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਜੀ ਮਨਜਿੰਦਰ ਸਿੰਘ ਸਿਰਸਾ, ਅਕਸਰ ਚਰਚਾ ਦੇ ਵਿੱਚ ਰਹਿੰਦੇ ਆ।
ਉਹਨਾਂ ਨੇ ਇੱਕ ਲਾਈਵ ਹੋ ਕੇ ਫੇਸਬੁੱਕ ਦੇ ਉੱਤੇ ਇੱਕ ਬਿਆਨ ਦਿੱਤਾ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ ਧਾਰਮਿਕ ਸਥਾਨ ਹੁੰਦੇ ਆ ਇਹ ਲੋੜਵੰਦਾਂ ਲਈ ਹੁੰਦੇ ਆ, ਤੇ ਜਿਹੜਾ ਧਾਰਮਿਕ ਸਥਾਨਾਂ ਦੇ ਕੋਲ ਸੋਨਾ ਪਿਆ ਜਾਂ ਹੋਰ ਭੰਡਾਰ ਪਿਆ ਪੈਸੇ ਦਾ, ਉਹ ਲੋੜਵੰਦਾਂ ਨੂੰ ਜਾਂ ਸਿੱਧਾ ਸਰਕਾਰ ਨੂੰ ਜਿਹੜਾ ਬੌਂਡ ਦੇ ਰੂਪ ਵਿੱਚ ਜਾਂ ਵੈਸੇ ਜਿਹੜਾ ਉਹ ਦਾਨ ਕਰ ਦੇਣਾ ਚਾਹੀਦਾ ਜੀ। ਤੇ ਉਹਨਾਂ ਨੇ ਕਿਸੇ ਧਰਮ ਦਾ ਜ਼ਿਕਰ ਨਹੀਂ ਕੀਤਾ। ਹੁਣ ਉਸ ਤੋਂ ਬਾਅਦ ਕੀ ਹੋਇਆ ਕਿ ਜਿਹੜੀਆਂ ਸਿੱਖ ਸੰਸਥਾਵਾਂ ਸੀਗੀਆਂ ਉਹਨਾਂ ਵੱਲੋਂ ਇਤਰਾਜ਼ ਕੀਤਾ ਗਿਆ। ਉਹ ਕਹਿੰਦੇ ਵੀ ਇਹ ਜਿਹੜੀ ਬਿਲਕੁਲ ਗਲਤ ਗੱਲ ਕਹੀ ਗਈ ਆ। ਇੱਕ ਪਾਸੇ ਜੇ ਚੰਗੇ ਜਿਹੜੇ ਰਾਜੇ ਸੀਗੇ ਸਿੱਖਾਂ ਦੇ ਜਾਂ ਸਿੱਖ ਸ਼ਾਸਕ ਸੀਗੇ, ਉਹਨਾਂ ਨੇ ਗੁਰਦੁਆਰਾ ਸਾਹਿਬਾਨਾਂ ਦੇ ਉੱਤੇ ਸੋਨਾ ਮੜਿਆ, ਤੇ ਜਿਹੜੇ ਹੁਣ ਦੇ ਮੌਜੂਦਾ ਸ਼ਾਸਕ ਆ ਉਹ ਜਿਹੜਾ ਗੁਰਦੁਆਰਾ ਦਾ ਸੋਨਾ ਆ ਉਹ ਮੋਦੀ ਦੇ ਭੰਡਾਰੇ 'ਚ ਜਮ੍ਹਾਂ ਕਰਾਉਣ ਲਈ ਕਾਹਲੇ ਹੋਏ ਪਏ ਆ। ਇਸ ਗੱਲ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਵਿਵਾਦ ਛਿੜਿਆ। ਸਿਰਸਾ ਦੀ ਕਾਫੀ ਆਲੋਚਨਾ ਹੋਈ, ਪਰ ਸਿਰਸਾ ਨੇ ਖੁਦ ਇਹਦੇ ਬਾਰੇ ਕੋਈ ਸਪਸ਼ਟੀਕਰਨ ਜਿਹੜਾ ਹਾਲੇ ਤੱਕ ਨਹੀਂ ਦਿੱਤਾ। ਇੰਨਾ ਹੀ ਕਿਹਾ ਕਿ ਮੇਰੇ ਬਿਆਨਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ। ਜਦੋਂ ਉਹਨਾਂ ਦੇ ਜਿਹੜੇ ਸਮਰਥਕ ਆ ਉਹ ਇਹ ਕਹਿ ਰਹੇ ਆ ਕਿ ਗੁਰਦੁਆਰਿਆਂ ਦੇ ਕੋਲ ਤਾਂ ਕੋਈ ਭੰਡਾਰ ਹੈ ਹੀ ਨਹੀਂ ਸੋਨੇ ਦਾ, ਗੁਰਦੁਆਰਿਆਂ ਕੋਲ ਤਾਂ ਸੋਨਾ ਉਹੀ ਹੈ ਜੋ ਗੁਰਦੁਆਰਿਆਂ ਦੇ ਵਿੱਚ ਲੱਗਾ ਹੋਇਆ ਜੀ। ਤੇ ਵੀ ਉਹ ਕਹਿੰਦੇ ਸਿਰਸਾ ਦਾ ਇਸ਼ਾਰਾ ਜਿਹੜਾ ਸੀਗਾ ਉਹ ਹਿੰਦੂ ਮੰਦਿਰਾਂ ਵੱਲ ਸੀਗਾ, ਜਿਵੇਂ ਕਿ ਬਾਲਾ ਜੀ ਦਾ ਮੰਦਿਰ ਆ, ਤ੍ਰਿਪਤੀ ਜਾਂ ਹੋਰ ਇੱਥੇ ਕਿ ਹੋਰ ਕਈ ਮੰਦਿਰ ਸੋਨਾ ਹੀ ਚੜ੍ਹਦਾ ਆ, ਤੇ ਉਹਨਾਂ ਮੰਦਿਰਾਂ ਦੇ ਕੋਲ ਜਿਹੜਾ ਕਿ ਹਜ਼ਾਰਾਂ ਕਿਲੋ ਸੋਨਾ ਜਿਹੜਾ ਭੰਡਾਰ ਦੇ ਰੂਪ ਵਿੱਚ ਪਿਆ, ਉਹਨਾਂ ਦੀ ਗੱਲ ਕਰ ਰਹੇ ਸੀਗੇ। ਹੁਣ ਸਿਰਸਾ ਇਸ ਮਾਮਲੇ 'ਚ ਬੜੇ ਕਸੂਤੇ ਫਸ ਗਏ ਆ ਜੀ। ਜੇ ਉਹ ਮੰਦਿਰਾਂ ਦੀ ਗੱਲ ਕਰਦੇ ਆ ਤਾਂ ਭਾਜਪਾ ਵਾਲਿਆਂ ਨੇ ਅੱਖਾਂ ਦਿਖਾਉਣਾ ਵੀ ਤੂੰ ਕੌਣ ਹੁੰਦਾ ਸਾਡੇ ਮੰਦਿਰਾਂ ਦੀ ਗੱਲ ਕਰਨ ਵਾਲਾ। ਤੇ ਜਿਹੜੀ ਉਹ ਗੱਲ ਕਹਿੰਦੇ ਵੀ ਮੇਰੀ ਗੱਲ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ, ਮੈਂ ਤਾਂ ਧਾਰਮਿਕ ਸਥਾਨਾਂ ਬਾਰੇ, ਧਾਰਮਿਕ ਕਮੇਟੀਆਂ ਬਾਰੇ ਗੱਲ ਕੀਤੀ ਸੀ, ਤਾਂ ਧਾਰਮਿਕ ਕਮੇਟੀ ਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ। ਕੀ ਉਹ ਦੱਸਣਗੇ ਵੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਕਿੰਨਾ ਕੁ ਸੋਨਾ ਪਿਆ ਜਿਹੜਾ ਮੋਦੀ ਦੇ ਭੰਡਾਰ ਦੇ ਵਿੱਚ ਜਮ੍ਹਾਂ ਕਰਾ ਸਕਦੇ ਆ, ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਕਿੰਨਾ ਕੁ ਸੋਨਾ ਵਾਧੂ ਪਿਆ? ਇੱਕ ਤਾਂ ਜਿਹੜਾ ਉਹ ਸੋਨਾ ਜਿਹੜਾ ਕਿ ਲਾਇਆ ਗਿਆ ਗੁੰਬਦਾਂ ਦੇ ਉੱਤੇ, ਇੱਕ ਵਾਧੂ ਭੰਡਾਰ 'ਚ ਕਿੰਨਾ ਪਿਆ ਜਿਹਦੀ ਉਹ ਗੱਲ ਕਰ ਰਹੇ ਸੀਗੇ। ਤੇ ਜੇ ਉਹ ਹਿੰਦੂਆਂ ਦੀ ਜਾਂ ਸਿੱਖਾਂ ਦੀ ਗੱਲ ਨਹੀਂ ਕਰ ਰਹੇ, ਫਿਰ ਉਹ ਕਿਹੜੇ ਧਰਮ ਦੀ ਗੱਲ ਕਰ ਰਹੇ ਆ? ਸੋ ਇੱਕ ਤਰ੍ਹਾਂ ਦੇ ਨਾਲ ਉਹ ਗੱਭੇ ਜਿਹੇ ਵਿਚਾਲੇ ਫਸ ਗਏ, ਜਿਹਦੇ 'ਚੋਂ ਨਿਕਲਣ ਨੂੰ ਕੋਈ ਹਾਲ ਦੀ ਘੜੀ ਰਾਹ ਨਹੀਂ ਹੈਗਾ। ਹੁਣ ਕੋਈ ਹੋਰ ਨਵਾਂ ਵਿਵਾਦ ਆਊਗਾ, ਫਿਰ ਲੋਕੀ ਸਿਰਸੇ ਵਾਲਾ ਵਿਵਾਦ ਭੁੱਲ ਜਾਣਗੇ, ਉਹਦੇ ਮਗਰ ਹੋ ਜਾਣਗੇ। ਗੁਰਪ੍ਰੀਤ ਸਿੰਘ ਜੀ, ਤੁਸੀਂ ਪ੍ਰੋਗਰਾਮ 'ਚ ਆਏ, ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਜਸਕਾਨ ਜੀ, ਧੰਨਵਾਦ ਤੁਹਾਡਾ ਜੀ, ਤੇ ਨਾਲ ਹੀ ਸਾਰੇ ਦਰਸ਼ਕਾਂ ਨੂੰ ਇੱਕ ਵਾਰੀ ਫਿਰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਦੋਸਤੋ, ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਕੱਲ੍ਹ ਫਿਰ ਹਾਜ਼ਰ ਹੋਵਾਂਗੇ ਖਬਰਾਂ ਤੇ ਖਬਰਾਂ ਉੱਪਰ ਸਰਦਾਰ ਗੁਰਪ੍ਰੀਤ ਸਿੰਘ ਸੋਤਾ ਹੋਣਾ ਦਾ ਤਬਸਰਾ। ਅਲਵਿਦਾ ਦੋਸਤੋ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।